ਛੇਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਪੰਡਿਤ ਨਿਤਿਆਨੰਦ ਆ ਗਿਆ। ਗਰੁੜ ਪੁਰਾਣ ਦੀ ਕਥਾ ਦੇ ਵਿੱਚ ਬੜਾ ਮਾਹਰ ਸੀ ਤੇ ਆ ਕੇ ਕਹਿੰਦਾ ਕਿ ਜਦੋਂ ਬੰਦਾ ਮਰ ਜਾਂਦਾ ਹੈ ਨਾ ਤੇ ਉਸ ਮਰੇ ਹੋਏ ਵਿਅਕਤੀ ਦੀ ਆਤਮਾ ਜਿਹੜੀ ਹੈ ਨਾ ਉਹ ਪਿੱਤਰ ਲੋਕ 'ਚ 13 ਮਹੀਨੇ 'ਚ ਪਹੁੰਚਦੀ ਹੈ। ਕੋਲ ਭਾਈ ਲਾਲ ਜੀ ਬੈਠੇ ਸੀ, ਕਹਿੰਦੇ ਜੇ ਮੇਰੇ ਗੁਰੂ ਦੀ ਕਿਰਪਾ ਹੋਵੇ ਨਾ ਤੇ ਉਹ 24 ਘੰਟਿਆਂ 'ਚ ਪਹੁੰਚ ਸਕਦੀ ਹੈ। ਹੁਣ ਪੰਡਤ ਜੀ ਬੜੇ ਹੈਰਾਨ ਹੋਏ ਕਿ ਗਰੁੜ ਪੁਰਾਣ ਦੇ ਵਿੱਚ ਪੜ੍ਹਿਆ ਹੈ ਕਿ 13 ਮਹੀਨੇ, ਇਹ ਸਿੱਖ ਕਹਿੰਦਾ 1 ਦਿਨ। ਲਾਗੇ ਭਾਈ ਸਾਹਿਬ ਭਾਈ ਸ਼ਿੰਗਾਰੀ ਜੀ ਬੈਠੇ ਸੀ, ਉਹ ਕਹਿੰਦੇ ਮੇਰੇ ਗੁਰੂ ਦੀ ਕਿਰਪਾ ਹੋਵੇ ਤਾਂ 1 ਪੈਰ 'ਚ ਹੀ ਪਹੁੰਚ ਜਾਂਦਾ। ਹੁਣ ਉਹ ਬੜਾ ਹੈਰਾਨ ਹੋਇਆ ਤੇ ਬੜਾ ਗੁੱਸੇ ਜਿਹੇ ਹੋ ਕੇ ਕਹਿੰਦਾ ਪਾਤਸ਼ਾਹ ਸਿੱਖਾਂ ਨੂੰ ਕਿਹੜੀ ਸਿੱਖਿਆ ਦੇ ਦਿੱਤੀ? ਉਹ ਸਾਡਾ ਗ੍ਰੰਥ ਤਾਂ ਕਹਿੰਦਾ ਕਿ 13 ਮਹੀਨਿਆਂ 'ਚ ਪਹੁੰਚੀਦਾ, ਇੱਕ ਕਹਿੰਦਾ 1 ਦਿਨ 'ਚ ਪਹੁੰਚ ਜੂ, ਦੂਜਾ ਕਹਿੰਦਾ 1 ਪੈਰ 'ਚ ਪਹੁੰਚ ਜੂ। ਤੇ ਪਾਤਸ਼ਾਹ ਕਹਿੰਦੇ ਭਾਈ ਗੁਰਦਾਸ ਨੂੰ ਸੱਦ ਲਓ। ਭਾਈ ਗੁਰਦਾਸ ਨੂੰ ਸੱਦ ਲਿਆ। ਕਹਿੰਦੇ ਭਾਈ ਗੁਰਦਾਸ ਜੀ ਕਿੰਨੇ ਚਿਰ ਤੱਕ ਪਹੁੰਚਦੀ ਹੈ? ਕਹਿੰਦਾ ਜੇ ਗੁਰੂ ਦੀ ਕਿਰਪਾ ਹੋਵੇ ਤਾਂ ਸਫ਼ਰ ਕਰਨ ਦੀ ਲੋੜ ਨਹੀਂ, ਸਾਡਾ ਤੇ ਗੁਰੂ ਦੇ ਚਰਨਾਂ ਦੇ ਵਿੱਚ ਹੀ ਸਤਸੰਗ ਹੈ, ਸਾਡਾ ਤਾਂ ਸਵਰਗ ਹੀ ਇੱਥੇ ਹੈ, ਲੋੜ ਹੀ ਨਹੀਂ। ਪੰਡਤ ਜੀ ਨੂੰ ਫਿਰ ਗੁੱਸਾ ਚੜ੍ਹ ਗਿਆ। ਪਾਤਸ਼ਾਹ ਸਿੱਖਾਂ ਨੂੰ ਸਿਖਾਇਆ ਕੀ ਹੈ? ਗੁਰੂ ਪਾਤਸ਼ਾਹ ਕਹਿੰਦੇ ਸਿਖਾਇਆ ਇਹ ਹੈ ਕਿ ਜੇਕਰ ਸਿੱਖ ਦਾ ਗੁਰੂ ਦੇ ਉੱਪਰ ਨਿਸ਼ਚਾ ਹੈ ਨਾ ਤੇ ਉਹ ਸ਼ਬਦ ਦੇ ਨਾਲ ਜੁੜਿਆ ਹੈ ਤੇ ਉਹਨੂੰ ਜਮ ਲੋਕ ਦਾ ਡਰ ਹੀ ਨਹੀਂ ਹੈਗਾ। ਤੁਸੀਂ ਜੋ ਕੁਝ ਵੀ ਸਿਰਜਿਆ ਉਹ ਭੈ ਦੇ ਵਿੱਚੋਂ ਸਿਰਜਿਆ, ਇੱਕ ਡਰ ਦੇ ਵਿੱਚੋਂ ਸਿਰਜਿਆ। ਪਰ ਜੇਕਰ ਸਿੱਖ ਆਪਣੇ ਗੁਰੂ ਦੇ ਨਾਲ ਜੁੜਿਆ, ਸ਼ਬਦ ਦੇ ਨਾਲ ਜੁੜਿਆ, ਤੇ ਸਿੱਖ ਨੂੰ ਇਸ ਚੀਜ਼ ਦਾ ਡਰ ਹੀ ਨਹੀਂ ਹੈਗਾ। ਔਰ ਇਹ ਬਿਲਕੁਲ ਸੱਚ ਹੈ ਕਿ ਅਸੀਂ ਸਭ ਕੁਝ ਡਰ ਚੋਂ ਸਿਰਜਦੇ ਹਾਂ। ਗੁਰੂ ਨੇ ਸਾਨੂੰ ਨਿਰਭਉ ਨਿਰਵੈਰ ਪਰਮਾਤਮਾ ਦਾ ਸਰੂਪ ਹੋਣ ਵਰਗੀ ਗੱਲ ਦੱਸੀ ਹੈ ਕਿ ਅਸੀਂ ਜਿਹੜੇ ਪਰਮਾਤਮਾ ਦੇ ਗੁਣ ਨੇ ਉਹ ਗ੍ਰਹਿਣ ਕਰਨੇ ਆ। ਤੇ ਅਸੀਂ ਜਿੰਨਾ ਕੁਝ ਵੀ ਹੈ ਆਲੇ ਦੁਆਲੇ ਜਿਹੜੇ ਵੀ ਵਰਤਾਰੇ ਵਾਪਰਦੇ ਨੇ ਨਾ, ਅਸੀਂ ਸਭ ਕੁਝ ਡਰ ਦੇ ਵਿੱਚੋਂ ਸਿਰਜਦੇ ਹਾਂ, ਇੱਕ ਭੈ ਦੇ ਵਿੱਚੋਂ ਸਿਰਜਦੇ ਹਾਂ। ਪਰ ਗੁਰਦੇਵ ਪਾਤਸ਼ਾਹ ਨੇ ਸਾਨੂੰ ਇਸ ਭੈ ਤੋਂ ਮੁਕਤ ਕੀਤਾ ਹੈ। ਜਿਸ ਦਿਨ ਅਸੀਂ ਸ਼ਬਦ ਗੁਰੂ ਦੇ ਉੱਪਰ ਆਪਣਾ ਤਵੱਕਾ ਰੱਖ ਲਵਾਂਗੇ ਨਾ, ਜਿਸ ਦਿਨ ਅਸੀਂ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜ ਜਾਵਾਂਗੇ ਤੇ ਸੱਚ ਜਾਣੇ ਇਸ ਤਰ੍ਹਾਂ ਦੇ ਸਾਰੇ ਭੈ ਤੋਂ ਮੁਕਤ ਹੋ ਜਾਵਾਂਗੇ। ਪਰ ਉਦਮ ਜ਼ਰੂਰੀ ਹੈ। ਇਹ ਨਹੀਂ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਤਵੱਕਾ ਰੱਖ ਲਿਆ ਤੇ ਜ਼ਿੰਦਗੀ ਦੇ ਵਿੱਚ ਉਦਮ ਨਹੀਂ ਕਰਨਾ, ਜ਼ਿੰਦਗੀ ਦੇ ਵਿੱਚ ਅਸੀਂ ਕਿਰਤ ਨਹੀਂ ਕਰਨੀ। ਉਦਮ ਕਰਨਾ ਬੜਾ ਜ਼ਰੂਰੀ ਹੈ। ਇੱਕ ਸੂਫੀ ਮਤ ਦੀਆਂ ਹਕਾਇਤਾਂ ਦੇ ਵਿੱਚ ਇੱਕ ਬੜਾ ਪਿਆਰਾ ਜਿਹਾ ਦ੍ਰਿਸ਼ਟਾਂਤ ਹੈ, ਬੜਾ ਪਿਆਰਾ ਦ੍ਰਿਸ਼ਟਾਂਤ। ਉਹ ਕਹਿੰਦੇ ਕਿ ਬੂ ਅਲੀ ਅਕਬਰ ਅਲੀ ਕਲੰਦਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸੂਫੀ ਫਕੀਰ ਸੀਗੇ। ਬੜਾ ਚਿਰ ਜੰਗਲ ਦੇ ਵਿੱਚ ਭਗਤੀ ਕਰਦੇ ਰਹੇ ਤੇ ਜੰਗਲ ਦੇ ਵਿੱਚ ਭਗਤੀ ਕਰਦਿਆਂ ਪਿਆਸ ਲੱਗੀ ਤੇ ਕੀ ਵੇਖਿਆ ਕਿ ਇੱਕ ਹਿਰਨ ਜਿਹੜਾ ਹੈ ਨਾ ਉਹ ਛਪੜੀ ਦੇ ਕੋਲ ਪਾਣੀ ਪੀ ਰਿਹਾ। ਪਾਣੀ ਬੜਾ ਉੱਪਰ ਸੀ, ਬੜਾ ਸਾਫ਼ ਸੀ, ਪਾਣੀ ਪੀ ਰਿਹਾ ਸੀ। ਤੇ ਇਹ ਜਿਹੜੇ ਅਲੀ ਕਲੰਦਰ ਸਾਹਿਬ ਹੈ ਆਪਣੇ ਕੋਲ ਰੱਸੀ ਤੇ ਡੋਲ ਰੱਖਿਆ ਕਰਦੇ ਸੀ। ਜਦੋਂ ਇਹ ਛਪੜੀ ਦੇ ਕੋਲ ਗਏ ਤੇ ਵੇਖਿਆ ਪਾਣੀ ਥੱਲੇ ਚਲਾ ਗਿਆ। ਬੜੇ ਹੈਰਾਨ ਹੋਏ, ਪਰਮਾਤਮਾ ਨੂੰ ਕਹਿੰਦੇ ਆ ਖੁਦਾਬੰਦ, ਮੈਂ ਇੰਨੀ ਬੰਦਗੀ ਕੀਤੀ, ਇਸ ਹਿਰਨੇ ਤੇ ਕਦੀ ਤੇਰਾ ਨਾਂ ਹੀ ਨਹੀਂ ਲਿਆ ਹੋਣਾ, ਇਹਨੇ ਹਿਰਨੇ ਤੇ ਕੋਈ ਬੰਦਗੀ ਨਹੀਂ ਕੀਤੀ ਹੋਣੀ। ਮੈਂ ਤੇ ਤੇਰੀ ਇੰਨੀ ਬੰਦਗੀ ਕੀਤੀ ਪਰ ਪਾਣੀ ਹਿਰਨੇ ਪੀ ਲਿਆ ਤੇ ਜਦੋਂ ਮੈਂ ਲਾਗੇ ਗਿਆ ਪਾਣੀ ਥੱਲੇ ਚਲਾ ਗਿਆ। ਤੇ ਕਹਿੰਦੇ ਪਰਮਾਤਮਾ ਦੀ ਆਵਾਜ਼ ਆਈ ਕਿ ਉਹਦੇ ਕੋਲ ਵਸੀਲਾ ਕੋਈ ਨਹੀਂ ਸੀ, ਤੇਰੇ ਕੋਲ ਵਸੀਲਾ ਹੈ, ਤੇਰੇ ਕੋਲ ਡੋਲ ਵੀ ਹੈ, ਤੇਰੇ ਕੋਲ ਰੱਸੀ ਵੀ ਹੈ, ਤੂੰ ਪਾਣੀ ਖਿੱਚ ਸਕਦਾ ਹੈ। ਉਹਦਾ ਤਵੱਕਾ ਮੇਰੇ ਉੱਪਰ ਸੀ ਪਰ ਉਹਦੇ ਕੋਲ ਵਸੀਲਾ ਕੋਈ ਨਹੀਂ ਸੀ। ਤੇਰਾ ਤਵੱਕਾ ਹੈ, ਇਸ ਕਰਕੇ ਮੈਂ ਤੈਨੂੰ ਵਸੀਲਾ ਵੀ ਦਿੱਤਾ ਹੈ। ਇਸ ਕਰਕੇ ਅਸੀਂ ਉਦਮ ਵੀ ਕਰਨਾ ਹੈ ਜ਼ਿੰਦਗੀ ਦੇ ਵਿੱਚ, ਅਸੀਂ ਕਿਰਤ ਵੀ ਕਰਨੀ ਹੈ। ਗੁਰਮਤਿ ਵਿਚਾਰਧਾਰਾ ਵਿਹਲੜ ਲੋਕਾਂ ਦਾ ਧਰਮ ਨਹੀਂ ਹੈ, ਇਹ ਕਿਰਤੀ ਲੋਕਾਂ ਦਾ ਧਰਮ ਹੈ, ਇਹ ਕਿਰਤ ਕਰਨ ਵਾਲੇ ਲੋਕਾਂ ਦਾ ਧਰਮ ਹੈ। ਇੱਥੇ ਵਿਹਲੇ ਲੋਕਾਂ ਨੂੰ ਕੋਈ ਜਗ੍ਹਾ ਨਹੀਂ ਇਸ ਧਰਮ ਦੇ ਵਿੱਚ। ਇੱਥੇ ਕਿਰਤ ਕਰਨੀ ਗੁਰਦੇਵ ਪਾਤਸ਼ਾਹ ਨੇ ਸਾਡੇ ਉੱਪਰ ਅਹਿਮ ਬਖਸ਼ਿਸ਼ ਕੀਤੀ ਹੈ ਕਿ ਅਸੀਂ ਕਿਰਤ ਕਰਨੀ ਹੈ। ਤੇ ਕਿਰਤ ਕਰਦਿਆਂ ਜਿਸ ਹਲੇਮੀ ਰਾਜ ਦੀ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜਾ ਅਸੀਂ ਬਹੁ ਕੇਂਦਰਿਤ ਰਾਜ ਸਿਰਜਣ ਦੀ ਗੱਲ ਕਰਦੇ ਹਾਂ, ਅਸੀਂ ਅਬਚਲ ਨਗਰ ਦੀ ਗੱਲ ਕਰਦੇ ਹਾਂ, ਅਸੀਂ ਬੇਗਮਪੁਰੇ ਦੀ ਗੱਲ ਕਰਦੇ ਹਾਂ, ਅਸੀਂ ਹਲੇਮੀ ਰਾਜ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਤੇ ਦੂਜੇ ਰਾਜਾਂ ਦੇ ਵਿੱਚ ਅੰਤਰ ਹੀ ਇਹ ਹੈ ਕਿ ਉਹ ਰਾਜ ਰਾਜਸੀ ਤੌਰ ਦੇ ਉੱਪਰ ਏਕਾ ਕੇਂਦਰਿਤ ਹੁੰਦੇ ਨੇ ਪਰ ਧਰਮ ਬਹੁ ਕੇਂਦਰਿਤ ਹੁੰਦਾ ਹੈ। ਸਾਡੀ ਵਿਚਾਰਧਾਰਾ ਵਿਲੱਖਣ ਇਹ ਹੈ ਕਿ ਅਸੀਂ
ਧਾਰਮਿਕ ਤੌਰ ਤੇ ਏਕਾ ਕੇਂਦਰਿਤ ਹੈ, ਅਸੀਂ ਇੱਕ ਅਕਾਲ ਪੁਰਖ ਨੂੰ ਮੰਨਦੇ ਹਾਂ, ਪਰ ਸਾਡਾ ਰਾਜ ਬਹੁ ਕੇਂਦਰਿਤ ਹੁੰਦਾ ਹੈ। ਸਾਡੇ ਰਾਜ ਦੇ ਵਿੱਚ ਫਕੀਰ ਅਜ਼ੀਜ਼ੁਦੀਨ ਵੀ ਬੈਠਾ ਹੁੰਦਾ ਹੈ, ਸਾਡੇ ਰਾਜ ਦੇ ਵਿੱਚ ਦੀਵਾਨ ਮੋਹਕਮ ਚੰਦ ਵੀ ਬੈਠਾ ਹੁੰਦਾ ਹੈ। ਉਹ ਸਾਡਾ ਖਾਲਸੇ ਦਾ ਰਾਜ ਹੈ। ਤੇ ਇਹ ਨਹੀਂ ਹੈ ਕਿ ਉਹਨਾਂ ਰਾਜਾਂ ਦੇ ਵਿੱਚ ਸਮੱਸਿਆਵਾਂ ਨਹੀਂ ਖੜੀਆਂ ਹੁੰਦੀਆਂ, ਬਿਲਕੁਲ ਹੁੰਦੀਆਂ ਨੇ, ਪਰ ਗੁਰੂ ਕੇ ਸਿੱਖ ਉਹਦਾ ਨਿਵਾਰਨ ਕਿਵੇਂ ਕਰਦੇ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਸ ਰਾਜ ਦਰਬਾਰ ਦੇ ਵਿੱਚ ਇੱਕ ਸ਼ਹਿਰ ਦੇ ਇੱਕ ਫਿਰਕੇ ਦੇ ਲੋਕਾਂ ਨੇ ਆ ਕੇ ਸ਼ਿਕਾਇਤ ਕੀਤੀ ਹੈ। ਮਹਾਰਾਜਾ ਸਾਹਿਬ, ਇੱਕ ਸ਼ਿਕਾਇਤ ਹੈ ਸਾਨੂੰ। ਕੀ ਸ਼ਿਕਾਇਤ ਹੈ? ਕਹਿੰਦੇ ਨੇ ਕਿ ਜਦੋਂ ਸਵੇਰੇ ਦਿਨ ਚੜ੍ਹਦਾ ਹੈ, ਅਸੀਂ ਲੋਕ ਸੁੱਤੇ ਹੁੰਦੇ ਆ, ਤੇ ਜਿਹੜੇ ਮੁਸਲਮਾਨਾਂ ਦੇ ਮਸਜਿਦਾਂ ਦੇ ਵਿੱਚ ਮੌਲਵੀ ਨੇ, ਇਹਨਾਂ ਦੇ ਜਿਹੜੇ ਮੁਅੱਜ਼ਿਨ ਨੇ, ਉਹ ਅਜ਼ਾਨ ਦਿੰਦੇ ਨੇ ਉੱਚੀ, ਜਿਹਨੂੰ ਆਪਾਂ ਕਹਿੰਦੇ ਸੀ ਬਾਂਗ ਦਿੰਦੇ ਨੇ, ਤੇ ਜਦੋਂ ਉਹ ਬਾਂਗ ਦਿੰਦੇ ਨੇ ਸਾਡੀ ਨੀਂਦ ਖੁੱਲ ਜਾਂਦੀ ਹੈ। ਇਹਨਾਂ ਦੀ ਬਾਂਗ ਦੇਣੀ ਬੰਦ ਕਰ ਦਿਓ। ਸਮੱਸਿਆ ਕੀ ਹੈ? ਅਸੀਂ ਸੌਣਾ ਹੁੰਦਾ ਹੈ, ਇਹ ਬਾਂਗ ਦਿੰਦੇ ਨੇ ਕਿਉਂਕਿ ਉਹਨਾਂ ਸਵੇਰੇ ਫਜਰ ਦੀ ਨਮਾਜ਼ ਪੜ੍ਹਨੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਗੱਲ ਨੂੰ ਧਿਆਨ ਨਾਲ ਸੁਣਿਆ। ਕਹਿੰਦਾ ਕੋਈ ਗੱਲ ਨਹੀਂ ਜੀ, ਅਸੀਂ ਉਹਨਾਂ ਨੂੰ ਵੀ ਬੁਲਾ ਲੈਂਦੇ ਹਾਂ। ਕੁਛ ਨੁਮਾਇੰਦੇ ਉਹਨਾਂ ਦੇ ਵੀ ਬੁਲਾ ਲਏ ਤੇ ਉਹਨਾਂ ਨੂੰ ਸਵਾਲ ਕੀਤਾ, ਜੀ ਤੁਸੀਂ ਸਵੇਰੇ ਕੀ ਕਰਦੇ ਹੋ? ਕਹਿੰਦੇ ਜੀ ਅਸੀਂ ਨਮਾਜ਼ੇ ਫਜਰ ਪੜ੍ਹਨੀ ਹੁੰਦੀ ਹੈ, ਉਹਦੇ ਵਾਸਤੇ ਜਿਹੜੇ ਸਾਡੇ ਮੁਅੱਜ਼ਿਨ ਨੇ ਉਹ ਅਜ਼ਾਨ ਦਿੰਦੇ ਨੇ, ਅਸੀਂ ਜਿਹਨੂੰ ਬਾਂਗ ਦੇਣੀ ਕਹਿੰਦੇ ਆ, ਅਸੀਂ ਲੋਕਾਂ ਨੂੰ ਦੱਸਣਾ ਹੁੰਦਾ ਕਿ ਨਮਾਜ਼ ਦਾ ਵਕਤ ਹੋ ਗਿਆ, ਉੱਠ ਕੇ ਖੁਦਾ ਦੀ ਇਬਾਦਤ ਦੇ ਵਿੱਚ ਜੁੜੋ। ਮਹਾਰਾਜਾ ਰਣਜੀਤ ਸਿੰਘ, ਜਿਹੜੇ ਦੂਜੇ ਫਿਰਕੇ ਦੇ ਲੋਕ ਸੀ, ਗੈਰ ਮੁਸਲਮਾਨ ਲੋਕ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ, ਕਹਿੰਦਾ ਠੀਕ ਹੈ ਜੀ, ਕੱਲ ਤੋਂ ਬਾਅਦ ਅਜ਼ਾਨ ਨਹੀਂ ਦੇਣਗੇ। ਬੜੇ ਖੁਸ਼ ਹੋ ਗਏ ਵੀ ਸ਼ੇਰੇ ਪੰਜਾਬ ਨੇ ਤੇ ਬੜਾ ਵਧੀਆ ਫੈਸਲਾ ਕਰ ਦਿੱਤਾ ਹੈ ਕਿ ਰਾਜ ਦੇ ਵਿੱਚ ਹੁਣ ਅਜ਼ਾਨ ਨਹੀਂ ਦਿੱਤੀ ਜਾਵੇਗੀ, ਸਾਡੇ ਸ਼ਹਿਰ ਦੇ ਵਿੱਚ ਹੁਣ ਅਸੀਂ ਆਰਾਮ ਨਾਲ ਸੌਵਾਂਗੇ, ਸਵੇਰੇ ਉੱਠਣਾ ਨਹੀਂ ਪਵੇਗਾ, ਲੋਕੀ ਤੰਗ ਨਹੀਂ ਕਰਨਗੇ। ਪਰ ਇਹ ਜਿਹੜੇ ਲੋਕਾਂ ਨੂੰ ਤੁਹਾਡੀ ਅਜ਼ਾਨ ਪਸੰਦ ਨਹੀਂ ਹੈ ਨਾ, ਇਹ ਘਰ ਘਰ ਜਾ ਕੇ ਤੁਹਾਨੂੰ ਸਵੇਰੇ ਫਜਰ ਦੀ ਨਮਾਜ਼ ਤੋਂ ਪਹਿਲਾਂ ਜਗਾ ਦਿਆ ਕਰਨਗੇ। ਹੁਣ ਬੜੇ ਹੈਰਾਨ ਹੋਏ ਗਏ ਵੀ ਕਰੀਏ ਕੀ? ਉੱਠਣ ਦਾ ਤਾਂ ਸਿਆਪਾ ਸੀ ਸਾਰਾ, ਵੀ ਉਹ ਆਵਾਜ਼ ਦਿੰਦੇ ਸੀ, ਅਸੀਂ ਉੱਠਣਾ ਨਹੀਂ ਸੀ ਚਾਹੁੰਦੇ, ਹੁਣ ਘਰ ਘਰ ਜਾ ਕੇ ਜਗਾਉਣਾ ਪੈਣਾ। ਇੱਕ ਦਿਨ ਤੇ ਇਸ ਤਰ੍ਹਾਂ ਕੀਤਾ ਤੇ ਦੂਜੇ ਦਿਨ ਹੱਥ ਜੋੜ ਕੇ ਫਿਰ ਦਰਬਾਰ ਦੇ ਵਿੱਚ ਆ ਗਏ। ਸ਼ੇਰੇ ਪੰਜਾਬ ਨੂੰ ਕਹਿੰਦੇ ਜੀ ਉਹਨਾਂ ਨੂੰ ਕਹੋ ਅਜ਼ਾਨ ਦੇ ਲਿਆ ਕਰਨ, ਸਾਨੂੰ ਕੋਈ ਤੰਗੀ ਨਹੀਂ ਹੈ। ਸੋ ਜਿਹੜੀਆਂ ਕਈ ਸਮੱਸਿਆਵਾਂ ਹੁੰਦੀਆਂ ਨੇ ਨਾ, ਉਹ ਇਸ ਤਰ੍ਹਾਂ ਵੀ ਹੱਲ ਹੁੰਦੀਆਂ ਨੇ ਕਿ ਅਸੀਂ ਸਾਰੇ ਫਿਰਕਿਆਂ ਦਾ ਜਿਹੜਾ ਉਹ ਕਿਸ ਤਰ੍ਹਾਂ ਦੇ ਨਾਲ ਸਤਿਕਾਰ ਕਰਨਾ ਹੁੰਦਾ। ਹਰ ਧਰਮ ਦੀ ਇੱਕ ਆਪਣੀ ਮਰਿਆਦਾ ਹੈ। ਔਰ ਜਿਸ ਤਰ੍ਹਾਂ ਦੇ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਧਰਤੀ ਦੇ ਉੱਪਰ ਰਾਜ ਕੀਤਾ ਹੈ, ਵੇਖੋ ਅੱਜ ਦੁਨੀਆ ਦੇ ਲੋਕ, ਅੱਜ ਦੁਨੀਆ ਦੇ ਸਕਾਲਰ, ਅੱਜ ਦੁਨੀਆ ਦੇ ਵਿਦਵਾਨ, ਅੱਜ ਦੁਨੀਆ ਦੇ ਲੋਕ ਜਿਨ੍ਹਾਂ ਨੇ ਉਸ ਸਮੇਂ ਦੇ ਸਾਰੇ ਦੁਨੀਆ ਦੇ ਜਿਹੜੇ ਰਾਜ ਨੇ ਉਹਨਾਂ ਦਾ ਅਧਿਐਨ ਕੀਤਾ, ਕਹਿੰਦੇ ਰਣਜੀਤ ਸਿੰਘ ਵਰਗਾ ਰਾਜ ਕੋਈ ਨਹੀਂ ਸੀ। ਜੇ ਐਜੂਕੇਸ਼ਨ ਦੀ ਗੱਲ ਕਰਦੇ ਨੇ ਤੇ ਕਹਿੰਦੇ ਕਿ ਜਿਵੇਂ ਦਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵਿੱਦਿਆ ਦਾ ਪ੍ਰਬੰਧ ਸੀ, ਉਸ ਸਮੇਂ ਅੰਗਰੇਜ਼ਾਂ ਦੇ ਵੀ ਅਧੀਨ ਇੰਨੇ ਦੇਸ਼ ਸਨ, ਕਿਸੇ ਵੀ ਦੇਸ਼ ਦੇ ਵਿੱਚ ਵਿੱਦਿਆ ਦਾ ਇਵੇਂ ਦਾ ਪ੍ਰਬੰਧ ਨਹੀਂ ਸੀ। ਪਰ ਉਹਦਾ ਕਾਰਨ ਕੀ ਸੀ? ਕਿ ਉਹ ਜਿਹੜਾ ਰਾਜ ਸੀ ਉਹ ਤੁਹਾਡਾ ਬਹੁ ਕੇਂਦਰਿਤ ਸੱਤਾ ਦਾ ਰਾਜ ਸੀ, ਉਹ ਤੁਹਾਡੀ ਉਸ ਵਿਚਾਰਧਾਰਾ ਦਾ ਰਾਜ ਸੀ। ਬੇਸ਼ੱਕ ਮੈਂ ਇਹ ਨਹੀਂ ਕਹਿੰਦਾ ਕਿ ਉਸ ਰਾਜ 'ਚ ਕਮਜ਼ੋਰੀਆਂ ਨਹੀਂ ਸਨ, ਪਰ ਅਸੀਂ ਰਣਜੀਤ ਸਿੰਘ ਨੂੰ ਇੱਕ ਰਾਜੇ ਦੇ ਰੂਪ 'ਚ ਵੇਖੀਏ, ਗੁਰੂ ਦੇ ਰੂਪ 'ਚ ਨਾ ਵੇਖੀਏ। ਸਾਨੂੰ ਰਣਜੀਤ ਸਿੰਘ 'ਚ ਕਮਜ਼ੋਰੀਆਂ ਉਦੋਂ ਨਜ਼ਰ ਆਉਂਦੀਆਂ ਜਦੋਂ ਸਾਨੂੰ ਰਣਜੀਤ ਸਿੰਘ, ਅਸੀਂ ਵੇਖਦੇ ਕਿ ਰਣਜੀਤ ਸਿੰਘ ਪੂਰਾ ਹੀ ਹੋਵੇ ਗੁਰੂ ਵਾਂਗੂ, ਇੰਜ ਨਹੀਂ ਹੋਵੇਗਾ। ਰਣਜੀਤ ਸਿੰਘ ਇੱਕ ਰਾਜਾ ਹੈ, ਰਾਜੇ ਦੇ ਕੋਲ ਰਾਜਨੀਤੀ ਵੀ ਹੁੰਦੀ ਹੈ, ਰਾਜੇ ਦੇ ਕੋਲ ਰਾਜ ਨੂੰ ਚਲਾਉਣ ਦੇ ਜਿਹੜੇ ਪ੍ਰਬੰਧ ਨੇ ਉਹਨਾਂ ਪ੍ਰਬੰਧਾਂ ਦੇ ਵਿੱਚ ਘਾਟਾਂ ਵੀ ਹੁੰਦੀਆਂ ਨੇ ਕਈ ਵਾਰ। ਸੋ ਅਸੀਂ ਉਸ ਰੂਪ ਦੇ ਵਿੱਚ ਨਾ ਵੇਖੀਏ, ਸਗੋਂ ਰਣਜੀਤ ਸਿੰਘ ਦੀਆਂ ਜਿਹੜੀਆਂ ਖੂਬੀਆਂ ਨੇ ਅਸੀਂ ਉਹਨਾਂ ਨੂੰ ਗਲੋਰੀਫਾਈ ਕਰੀਏ, ਅਸੀਂ ਆਪਣੇ ਰਾਜ ਦੀ ਗੱਲ ਲੋਕਾਂ ਦੇ ਸਾਹਮਣੇ ਰੱਖੀਏ ਕਿ ਸਾਡਾ ਰਾਜ ਕਿਵੇਂ ਦਾ ਸੀ। ਦੁਨੀਆ ਦੇ ਇਤਿਹਾਸ ਦੇ ਵਿੱਚ ਕਦੀ ਇੱਕ ਵੀ ਮਿਸਾਲ ਮੈਨੂੰ ਕਿਸੇ ਜਿੱਤੇ ਰਾਜੇ ਦੀ ਦੇ ਦਿਓ ਜਿਸ ਰਾਜੇ ਨੇ ਆਪਣੇ ਹਾਰੇ ਹੋਏ ਰਾਜੇ ਨੂੰ ਜਾਂ ਹਾਰੇ ਹੋਏ ਦੁਸ਼ਮਣ ਨੂੰ ਜ਼ਗੀਰ ਦਿੱਤੀ ਹੋਵੇ। ਇੱਕ ਸਿਰਫ ਰਣਜੀਤ ਸਿੰਘ ਦਾ ਰਾਜ ਸੀ ਕਿ ਜਿਸ ਵੀ ਰਾਜ ਦੇ ਉੱਪਰ ਕਬਜ਼ਾ ਕਰਦਾ ਸੀ, ਉਹਦਾ ਚਾਹੇ ਦੁਸ਼ਮਣ ਦਾ ਰਾਜ ਹੁੰਦਾ ਸੀ, ਉਹਨਾਂ ਨੂੰ ਵੀ ਉਹ ਜ਼ਗੀਰ ਦਿੰਦਾ ਸੀ। ਮੁਲਤਾਨ ਜਿਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਫਤਿਹ ਕੀਤਾ, ਮੁਲਤਾਨ ਦਾ ਹਾਕਮ ਜਿਹੜਾ ਸੀ ਮੁਜ਼ੱਫਰ ਖਾਨ ਮਾਰਿਆ ਗਿਆ। ਉਸਦੇ ਵੱਡੇ 3 ਪੁੱਤ ਉਹ ਵੀ ਮੈਦਾਨੇ ਜੰਗ ਦੇ ਵਿੱਚ ਜੂਝਦੇ ਮਾਰੇ ਗਏ। ਪਰ ਰਣਜੀਤ ਸਿੰਘ ਨੂੰ ਗੁੱਸਾ ਬਹੁਤ ਸੀ। ਉਹਦਾ ਕਾਰਨ ਇਹ ਸੀ
कि मुजफ्फर खान दीयां तोपां ने सिख फौज का नुकसान बड़ा किया सी। इतिहासकारां दे मुताबिक 300 तो लैके 350 सिख शहीद हो चुका सी। एक बरूदी कुप्पा फटन दे नाल अगन हांडी भी उसनूं कहा जाता है, ट्रैबू च भी कहा जाता है, उपरों सुट्टिया गया बरूद का कुप्पा, उहदे करके हरी सिंह नलूआ भी जख्मी सन, सरदार निधान सिंह जख्मी सन, अकाली फूला सिंह बड़ी औखे तरीके दे नाल उस किले दे विच दाखिल होए सन। सो रणजीत सिंह दे मन दे विच गुस्सा बड़ा सी। ते जदों मुजफ्फर खान ते उसदे 3 पुत मारे गए, तकरीबन मुल्तान का किला फतेह हो चुका सी, ते उहदे 2 पुत जिहड़े सी वो सिखां ने गिरफ्तार कर लए, दोवें छोटे पुत। लड़ाई खत्म हो चुकी सी, पर अजे शमशीरां हत्थां दे विच सन। शमशीर लैके रणजीत सिंह भी उत्थे खड़ा सी, उहदे नाल दे होर साथी जरनैल भी खड़े सन। ते सारे मुल्तान शहर दे लोग वेख रहे सी कि हुण मुजफ्फर खान दे जिहड़े छोटे 2 पुत फड़े गए ने ना, हुण उन्हां दे नाल पता नहीं किवें दा सलूक कीता जावेगा। शेरे पंजाब दे सामने जदों उन्हां दोवां नूं पेश कीता गया ते लोकां दे साह रुके होए सी, क्योंकि हत्थ दे विच शमशीर सी ते जिन्ने भी जरनैल कोल खड़े सी वो भी मैदाने जंग दे विचों लड़ के हटे सी। मन दे विच गुस्सा भी बड़ा सी कि सिख शहादतां भी बहुत होईयां ने, ते सारिਆਂ दे साह रुके सी कि रणजीत सिंह दीयां अखां दे विच इस तरह दा गुस्सा लग रहा है कि शायद अपनी शमशीर दे नाल दोवां दे सिर धड़ तो जुदा कर देवेगा। पर जदों मुजफ्फर खान दे पुत शेरे पंजाब रणजीत सिंह दे सामने आए ते रणजीत सिंह ने शमशीर नूं म्यान दे विच पा लिया ते म्यान दे विच पा के दोवां नूं गल दे नाल ला के पता की कहंदा, कहंदा दुश्मनी उन्ना चिर तक सी जिन्ना चिर तक तुसीं मेरे खिलाफ मैदाने जंग च जूझ रहे सी। हुण तुसीं मेरे दुश्मन दे पुत नहीं, हुण तुसीं मेरी रियाया हो, तुसीं मेरी प्रजा हो, तुसीं अमीर घर च जम्मे सी, तुसीं बादशाह दे पुत सी। मैं तुहानूं भिखारी नहीं मन देना, तुहानूं इत्थे मुल्तान दे कोल जिहड़ी मैं 7 पिंडां दी जगीर बख्शिश करदा, उत्थे जाके राज करो। ये शेरे पंजाब दा राज सी। अंग्रेज़ां ने जिन्ने भी राजां नूं अपने कब्जे च कीता है, तुसीं हुण अखबारां दे विच पढ़िआ है ना कि औरंगजेब दे परिवार दे विचों जिहड़ा उसदा आखिरी बेटा सी जिसनूं बाद दे विच जलावतन कर दिता गया, बहादुर शाह, ते बहादुर शाह दी पोत नौ ते नौ जिहड़ी है वो बड़ी गरीबी च जीवन बसर कर रही है। पर तुसीं मैनूं शेरे पंजाब दे समय दा एक भी परिवार दस दिओ। अंग्रेज़ां ने जिथे भी कब्जा किया है उत्थों दे लोकां दे आर्थिक हालत जिहड़ी सी उस नूं खोया है, उन्हां दे हक्कां नूं खोया है ते उन्हां नूं राजियां तो भिखारी बनाया है। पर शेरे पंजाब ने कदी भी अपने दुश्मन नूं भिखारी नहीं बनाया। उसने जगीरां दी बख्शिश की, उसने आर्थिक साधन उन्हां नूं दिते। ये साडी राजसी विचारधारा सी। सो गुरदेव पातशाह ने जिहड़ी इस विचारधारा दी साडे उपर बख्शिश कीती है, अज जदों असीं गुरु दी गोद दे विच बैठदे हां ना, मैं गल फिर उत्थों शुरू कर लगदा हां। जदों असीं गुरु दी गोद च बैठदे हां ते जदों असीं अरदास करदे हां ते जदों असीं ये गल कहंदे हां ना कि राज करेगा खालसा आकी रहे ना कोई, ये गल उही है जिहड़ी कदी अंग्रेज कहंदे सी कि स्टेट विद इन स्टेट, कि सिख बेशक सरीरक तौर ते गुलाम है पर वह मानसिक तौर ते आज़ाद है, क्योंकि अपने गुरु दे सन्मुख राज दी अरदास करता है, वो खालसा राज दी गल करता है। यही साडी आज़ादी है, यही साडी शक्ति है, यही साडी ज़मीर है कि असी गुरु दे सामने जिहड़ी है ना दोबारा उस गुरु दे सामने कीते प्रण नूं दोहरा दिंदे आ कि राज करेगा खालसा। पर कदों? जदों असी खालसे दी उस विचारधारा नूं समर्पित हो जावांगे जिहड़ी विचारधारा आपसी वंडियां नूं खत्म करके सानूं एक दे नाल जोड़दी है। वो विचारधारा जिस विचारधारा दे विच कुल दा, जात दा, पात दा, वडप्पन दा, कुलीनता दा सब कुछ खत्म हो जाता है, जिथे जाके ये गल जुड़ जाती है कि सब सुखाली वुठियां ये हुआ हले मीरा जियो। जिथे ये गल जुड़ जाती है कि जिनकी जात पात कुल माही, सरदारी ना भई कदाही, तिन्ही को सरदार बनाऊं तबे गोबिंद सिंह नाम कहाऊं। जदों ये साडे चों ये सारा कुछ, ये वितकरा, ये दवैत, ये ईरखा, ये नफरत, ये जातिवाद, ये भिन्न भेद, ये अछूतपना, जदों सब कुछ खत्म हो जाएगा ना, फिर सच जाणिओ असी उस विचारधारा दे वारिस बन सकांगे जिहड़ी विचारधारा सानूं गुरुदेव पातशाह ने बख्शिश की। 6वें पातशाह के इस पावन स्थान के उपर असी जुड़े बैठे हैं तो 6वें पातशाह ने तो जिहड़ी साडे उपर बख्शिश की, जिहड़ी साडे उपर रहमत की,
ਉਹ ਤਾਂ ਹੈ ਹੀ ਬੜੀ ਵਿਲੱਖਣ ਹੈ, ਜਿਸ ਨੂੰ ਅੰਗਰੇਜ਼ਾਂ ਨੇ ਕਿਹਾ ਟਰਨਿੰਗ ਪੁਆਇੰਟ। ਉਹ ਕਹਿੰਦੇ ਨੇ ਕਿ ਇੱਕ ਵੱਖਰਾ ਜਿਹਾ ਬਦਲਾਅ ਸੀ ਕਿ ਜਦੋਂ ਸ਼ਹਾਦਤ ਤੋਂ ਬਾਅਦ, ਨਹੀਂ ਤੇ ਅਕਸਰ ਕੀ ਹੁੰਦਾ ਹੈ, ਤੁਸੀਂ ਬਹੁਤ ਸਾਰੇ ਧਰਮਾਂ ਦੇ ਵਿੱਚ ਬਹੁਤ ਸਾਰੀਆਂ ਸ਼ਹਾਦਤਾਂ ਤੋਂ ਬਾਅਦ ਦੇ ਵਰਤਾਰਿਆਂ ਦਾ ਅਧਿਐਨ ਕਰਿਓ। ਜਦੋਂ ਕਿਸੇ ਇੱਕ ਵਿਅਕਤੀ ਦੀ ਸ਼ਹਾਦਤ ਹੁੰਦੀ ਹੈ, ਇੱਕ ਆਗੂ ਦੀ ਸ਼ਹਾਦਤ ਹੁੰਦੀ ਹੈ, ਇੱਕ ਰਾਜੇ ਦੀ ਸ਼ਹਾਦਤ ਹੁੰਦੀ ਹੈ, ਤੇ ਉਹਦੇ ਤੋਂ ਬਾਅਦ ਜਿਹੜੀ ਉਹਦੀ ਉਮਤ ਹੈ ਨਾ, ਉਹ ਸਦਮੇ 'ਚ ਜਾਂਦੀ ਹੈ, ਉਹ ਸਟ੍ਰੈਸ ਦੇ ਵਿੱਚ ਜਾਂਦੀ ਹੈ। ਪਰ ਇਸ ਚੀਜ਼ ਨੂੰ ਜੇਕਰ ਤੁਸੀਂ ਸਿੱਖ ਨਜ਼ਰੀਏ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਵੇਖਦੇ ਹੋ, ਤੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਤੇ ਛੇਵੇਂ ਪਾਤਸ਼ਾਹ ਤੇਗਜ਼ਨ ਹੁੰਦੇ ਨੇ। ਤੇ ਛੇਵੇਂ ਪਾਤਸ਼ਾਹ ਉਸ ਸਮੇਂ ਦੀ ਜਿਹੜੀ ਸਟੇਟ ਜਿਹੜੀ ਇਹ ਸਮਝਦੀ ਹੋਵੇਗੀ ਕਿ ਇਸ ਪੰਚਮ ਪਾਤਸ਼ਾਹ ਦੀ ਸ਼ਹਾਦਤ ਦੇ ਨਾਲ ਸਿੱਖਾਂ ਦੇ ਅੰਦਰੋਂ ਗੁਰੂ ਸਾਹਿਬ ਨੇ ਜਿਹੜੀ ਜ਼ਮੀਰ ਨੂੰ ਜੀਣ ਦੀ ਵਿਚਾਰਧਾਰਾ ਦਿੱਤੀ ਸੀ, ਸ਼ਾਇਦ ਉਹ ਖਤਮ ਹੋ ਜਾਵੇਗੀ। ਪਰ ਉਸ ਸਮੇਂ ਤਖਤ ਦੇ ਸਾਹਮਣੇ ਅਕਾਲ ਤਖਤ ਜਿਹੜਾ ਉਹ ਪ੍ਰਗਟ ਕੀਤਾ ਜਾਂਦਾ ਹੈ। ਉਸ ਸਮੇਂ ਢਾਡੀ ਜਦੋਂ ਉਹ ਵਾਰ ਗਾਉਂਦੇ ਨੇ ਨਾ, ਤੇ ਸੱਚ ਜਾਣੇ ਉਹਦੇ 'ਚ ਬੜੀ ਵੱਡੀ ਅਹਿਮੀਅਤ ਹੈ। ਕਿਤੇ ਆਪਣੀ ਮਾਨਸਿਕਤਾ ਨੂੰ ਅਸੀਂ ਉਸ ਸਮੇਂ ਦੇ ਵਿੱਚ ਲੈ ਕੇ ਜਾਈਏ ਜਦੋਂ ਗੁਰਦੇਵ ਪਾਤਸ਼ਾਹ ਨੇ 2 ਤਲਵਾਰਾਂ ਪਹਿਨੀਆਂ ਹੋਣਗੀਆਂ, ਤੇ ਜਦੋਂ ਸੁਰ ਸਿੰਘ ਦੇ ਰਹਿਣ ਵਾਲੇ ਨੱਥਮਲ ਤੇ ਅਬਦੁੱਲਾ ਨੇ ਢੱਡ ਸਰੰਗੀ ਦੇ ਨਾਲ ਇਹ ਵਾਰ ਪੜੀ ਹੋਵੇਗੀ ਕਿ 2 ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ਼ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਜਿਸ ਵੇਲੇ ਸਟੇਟ ਨੂੰ ਸਭ ਤੋਂ ਵੱਡਾ ਚੈਲੰਜ ਕੀਤਾ ਹੋਵੇਗਾ ਕਿ ਦੇਸ਼ ਦੇ ਰਾਜੇ ਦੀ ਦਸਤਾਰ ਦੀ ਅਹਿਮੀਅਤ ਗੁਰੂ ਦੀ ਦਸਤਾਰ ਦੇ ਸਾਹਮਣੇ ਕੁਝ ਵੀ ਨਹੀਂ ਹੈਗੀ, ਤਾਂ ਉਸ ਸਮੇਂ ਸਟੇਟ ਨੂੰ ਸਭ ਤੋਂ ਵੱਡਾ ਚੈਲੰਜ ਸੀ। ਔਰ ਉਹ ਚੈਲੰਜ ਜਿਹੜਾ ਸੀ, ਮੇਰੇ ਖਿਆਲ ਦੇ ਨਾਲ ਤਕਰੀਬਨ 80-82 ਸਾਲਾਂ ਦੇ ਵਿੱਚ ਆਪਣੇ ਪ੍ਰਗਟ ਰੂਪ ਦੇ ਵਿੱਚ ਸਾਹਮਣੇ ਆ ਗਿਆ, ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਉੱਪਰ ਰਾਜ ਕਰਕੇ ਆਪਣੀ ਮੋਹਰ ਦੇ ਉੱਪਰ ਇਹ ਗੱਲ ਲਿਖ ਦਿੱਤੀ, ਤੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਚ ਨਾਨਕ ਗੁਰੂ ਗੋਬਿੰਦ ਸਿੰਘ। ਉਹ ਜਿਹੜੀ ਦੇਗ ਔਰ ਤੇਗ ਦੀ ਗੱਲ ਸੀ ਨਾ, ਅੱਜ ਤੁਹਾਡੇ ਸਾਹਮਣੇ ਜੈ ਜਵਾਨ ਤੇ ਜੈ ਕਿਸਾਨ ਦੇ ਰੂਪ 'ਚ ਆ ਰਹੀ ਹੈ। ਹੁਣ ਉਹਨੂੰ ਉਸੇ ਰੂਪ 'ਚ ਦੇਗ ਔਰ ਤੇਗ, ਜਿਸ ਨੂੰ ਅਸੀਂ ਸੋਸ਼ੀਓ ਐਥੀਕੋ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਹਾਂ, ਉਸ ਰਾਜਸੀ ਨਜ਼ਰੀਏ ਤੋਂ ਹੁਣ ਸੰਭਾਲਣਾ ਤੇ ਇਸ ਲਹਿਰ ਨੂੰ ਖੁਦ ਮੁਖਤਿਆਰੀ ਵਾਲੇ ਪਾਸੇ ਲੈ ਕੇ ਜਾਣਾ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।